ਕੇਅਰ ਗਿਵਰਸ ਹੀ ਕਿਉਂ ਮਤਲਬ ਸਫਰ ਕਰ ਰਹੇ ਆ, ਉਹਨਾਂ ਦਾ ਹੀ ਹਰ ਇੱਕ ਚੀਜ਼ ਜੋ COVID-19 ਕਹਿ ਕੇ ਕਿਉਂ ਰੋਕਿਆ ਜਾ ਰਿਹਾ ਹੈ। ਜ਼ਿਆਦਾ ਤੋਂ ਜ਼ਿਆਦਾ ਸਾਨੂੰ ਵਰਕ ਪਰਮਿਟ ਪ੍ਰੋਵਾਈਡ ਕਰ ਦੇਵੇ, ਓਪਨ ਵੀਜ਼ਾ ਪ੍ਰੋਵਾਈਡ ਕਰ ਦੇਵੇ, ਸਪਾਊਸ ਨੂੰ ਇੱਥੇ ਬੁਲਾ ਦੇਵੇ, ਕੁਛ ਤੱਕ ਰਿਸਪੌਂਸ ਦੇਵੇ, ਕਿਉਂਕਿ ਇੱਥੇ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ, ਅਸੀਂ ਕੀ ਕਰੀਏ ਹੁਣ। ਦੂਸਰੀ ਕੈਟਾਗਰੀਜ਼ ਤੇ ਕੰਮ ਹੁੰਦਾ ਹੈਗਾ, ਜਦੋਂ ਅਸੀਂ ਦੇਖਦੇ ਹਾਂ ਕਿ ਹਾਂ ਸਟੂਡੈਂਟਸ ਜਾ ਰਹੇ ਨੇ, ਵਿਜ਼ਟਰਸ ਜਾ ਰਹੇ ਨੇ, ਔਰ ਸਟੂਡੈਂਟਸ ਨੇ ਤਾਂ ਨਵੀਆਂ ਫਾਈਲਾਂ ਲਾਈਆਂ ਨੇ, ਜੋ ਮਈ ਇਨਟੇਕ ਹੋ ਰਿਹਾ ਉਹਨਾਂ ਨੇ ਤਾਂ ਹੁਣ ਜਨਵਰੀ ਫਰਵਰੀ 'ਚ ਫਾਈਲਾਂ ਲਾਈਆਂ ਸੀਗੀਆਂ, ਜੋ ਜਨਵਰੀ ਇਨਟੇਕ ਸੀ ਉਹਨਾਂ ਨੇ ਅਕਤੂਬਰ ਨਵੰਬਰ ਲਾਸਟ ਈਅਰ ਫਾਈਲਾਂ ਲਾਈਆਂ ਸੀ। ਜਦ ਉਹਨਾਂ ਤੇ ਵਰਕ ਹੋ ਸਕਦਾ ਹੈ, ਫਿਰ ਸਾਡੇ ਵਾਰੀ ਇਹ ਕੋਵਿਡ ਦਾ, ਅਫਗਾਨ ਕ੍ਰਾਈਸਿਸ, ਯੂਕਰੇਨ ਕ੍ਰਾਈਸਿਸ, ਫਿਰ ਸਾਡੇ ਵਾਰੀ ਆਹ ਚੀਜ਼ਾਂ ਕਿਉਂ ਆ ਜਾਂਦੀਆਂ? Miss my mom, I love my mom. Please process my file. I want to meet my mom. ਇਹ ਗੁਜ਼ਾਰਿਸ਼ 6 ਸਾਲਾਂ ਦੀ ਮਾਸੂਮ ਅਮਰੋਜ ਕੌਰ ਵੱਲੋਂ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੂੰ ਹੈ, ਜਿਸ ਨੇ ਆਪਣੀ ਮਾਂ ਨੂੰ 4 ਸਾਲ ਪਹਿਲਾਂ ਦੇਖਿਆ ਸੀ ਜਦੋਂ ਉਹ 2 ਸਾਲਾਂ ਦੀ ਸੀ। ਉਸ ਦੀ ਮਾਂ ਮਨਦੀਪ ਕੌਰ 2018 ਵਿੱਚ ਕੇਅਰ ਗਿਵਰ ਜਾਣੀ ਕਿ ਨੈਨੀ ਵਜੋਂ ਕੈਨੇਡਾ ਆਈ ਸੀ। ਮਨਦੀਪ ਕੌਰ ਅਨੁਸਾਰ ਉਸਨੇ 2 ਸਾਲ ਪਹਿਲਾਂ ਜਦੋਂ ਕੈਨੇਡਾ ਵਿੱਚ PR ਹੋਣ ਲਈ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਆਪਣੀ ਅਰਜ਼ੀ ਦਾਖਲ ਕੀਤੀ ਸੀ, ਪਰ 2 ਸਾਲਾਂ ਬਾਅਦ ਉਸ ਨੂੰ ਸਿਰਫ ਹਲੇ ਤੱਕ ਫਾਈਲ ਨੰਬਰ ਹੀ ਆਇਆ ਹੈ। ਮਨਦੀਪ ਕੌਰ ਅਨੁਸਾਰ ਉਹ ਨੈਨੀ ਬਣ ਕੇ ਲੋਕਾਂ ਦੇ ਬਜ਼ੁਰਗ ਅਤੇ ਬੱਚਿਆਂ ਨੂੰ ਤਾਂ ਸਾਂਭਦੀ ਰਹੀ, ਪਰ ਮਨਦੀਪ ਮੁਤਾਬਕ ਇਮੀਗ੍ਰੇਸ਼ਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਉਸ ਤੋਂ ਉਸ ਦੀ ਢਿੱਡੋਂ ਜੰਮੀ ਦੂਰ ਹੋ ਗਈ। 4 years ਹੋ ਗਏ ਨੇ, ਮੈਂ ਆਪਣੀ ਫੈਮਿਲੀ ਤੋਂ ਦੂਰ ਹਾਂ, ਰਾਈਟ, ਆਪਣੇ ਹਸਬੈਂਡ ਤੋਂ ਦੂਰ ਹਾਂ, ਆਪਣੀ ਬੇਟੀ ਤੋਂ ਦੂਰ ਹਾਂ। ਬਹੁਤ ਛੋਟੀ ਸੀ ਜਦੋਂ ਮੈਨੂੰ ਛੱਡ ਕੇ ਆ ਗਈ ਸੀ। 4 years is too long time, ਰਾਈਟ। ਤੇ ਹੁਣ ਉਹ ਕਦੇ ਕਦੇ ਪੁੱਛਦੀ ਆ, ਮੰਮਾ ਆਪਾਂ ਕਦੋਂ ਇਕੱਠੇ ਹੋਵਾਂਗੇ, ਤੁਸੀਂ ਸਾਨੂੰ ਕਦੋਂ ਬੁਲਾਓਗੇ? ਤੇ ਈਵਨ ਕਿ ਮੇਰੇ ਕੋਲ ਇਸ ਚੀਜ਼ ਦਾ ਕੋਈ ਆਨਸਰ ਨਹੀਂ। ਮਨਦੀਪ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਵਿਭਾਗ ਕੋਲ ਫਾਈਲ ਹੋਣ ਕਾਰਨ ਉਹ ਭਾਰਤ ਵਾਪਸ ਵੀ ਨਹੀਂ ਜਾ ਸਕਦੀ। ਉਧਰ ਪੰਜਾਬ ਵਿੱਚ ਬੈਠੇ ਮਨਦੀਪ ਦੇ ਪਤੀ ਜਗਮੀਤ ਵੀ 2 ਸਾਲਾਂ ਤੋਂ ਆਪਣੇ ਸਪਾਊਸਲ ਵੀਜ਼ੇ ਦਾ ਇੰਤਜ਼ਾਰ ਕਰ ਰਿਹਾ ਹੈ। ਇੱਕ ਫਾਈਲ ਨੰਬਰ ਦੇ ਕੇ ਇਹਨਾਂ ਨੇ ਸਾਨੂੰ ਹੋਲਡ ਤੇ ਕੀਤਾ ਹੋਇਆ ਹੈ, ਤੇ ਅਸੀਂ ਆਪਦੇ ਆਪ ਨੂੰ ਥੋੜਾ ਇਹੋ ਜਿਹਾ ਫੀਲ ਕਰਦੇ ਹਾਂ ਕਿ ਸਾਡਾ ਕਸੂਰ ਕੀ ਹੋ ਗਿਆ, ਕਿ ਅਸੀਂ ਵੀ ਇੱਕ ਫੈਮਿਲੀ ਹਾਂ। ਛੋਟੀ ਜਿਹੀ ਮੇਰੀ ਡਾਟਰ ਹੈ, ਨਾਓ ਸ਼ੀ ਇਜ਼ ਇਨ 6 years, ਉਦੋਂ 2 ਸਾਲ ਦੀ ਉਹ ਆਪਦੀ ਬੱਚੀ ਨੂੰ ਛੱਡ ਕੇ ਗਈ ਸੀ। ਕੁਝ ਇਸ ਤਰ੍ਹਾਂ ਦੀ ਕਹਾਣੀ ਨੈਨੀ ਵਜੋਂ ਕੈਨੇਡਾ ਆਈ ਕਰਨਦੀਪ ਕੌਰ ਦੀ ਹੈ। ਕਰਨ ਅਨੁਸਾਰ ਉਹ 3 ਸਾਲ ਪਹਿਲਾਂ ਆਪਣੇ 6 ਸਾਲਾਂ ਦੇ ਬੱਚੇ ਨੂੰ ਛੱਡ ਕੇ ਕੈਨੇਡਾ ਆਈ ਸੀ। ਕਰਨ ਅਨੁਸਾਰ ਉਸਨੇ 2021 ਦੇ ਸ਼ੁਰੂ ਵਿੱਚ ਆਪਣੀ PR ਦੀ ਫਾਈਲ ਜਮ੍ਹਾਂ ਕਰਵਾਈ ਸੀ। ਕਰਨ ਕਹਿੰਦੀ ਹੈ ਕਿ ਕੈਨੇਡਾ ਵਿੱਚ ਉਸ ਦਾ ਸਟੇਟਸ ਹੁਣ ਖਤਮ ਹੋ ਚੁੱਕਿਆ ਹੈ ਅਤੇ ਅਪਲਾਈਡ ਸਟੇਟਸ ਤੇ ਬਸ ਉਹ PR ਆਉਣ ਦੇ ਦਿਨ ਗਿਣਦੀ ਹੈ। ਆਲਮੋਸਟ 3 ਸਾਲ ਹੋ ਜਾਣੇ ਨੇ ਮੈਨੂੰ ਇਸ ਸਾਲ, ਤਾਂ ਮੈਂ ਉਹਨੂੰ ਮਿਲੀ ਵੀ ਨਹੀਂ ਹੈਗੀ। ਤਾਂ ਹੁਣ ਮੇਰਾ ਸਟੇਟਸ ਵੀ ਨਹੀਂ ਹੈਗਾ ਇਸ ਟਾਈਮ। 2 ਸਾਲ ਦਾ ਵੀਜ਼ਾ ਖਤਮ ਹੋਏ ਨੂੰ 6-7 ਮਹੀਨੇ ਹੋ ਗਏ ਨੇ, ਤਾਂ ਮੈਂ ਇੰਡੀਆ ਵੀ ਨਹੀਂ ਜਾ ਕੇ ਉਹਨੂੰ ਮਿਲ ਸਕਦੀ, ਤੇ ਨਾ ਹੀ ਉਹ ਇੱਥੇ ਆ ਸਕਦਾ ਹੈਗਾ ਮੈਨੂੰ ਮਿਲਣ। ਤਾਂ ਜੇ ਮੈਂ ਛੱਡ ਕੇ ਜਾਣੀ ਆ ਤਾਂ ਮੇਰੀ ਫਾਈਲ ਦੀ ਪ੍ਰੋਸੈਸਿੰਗ ਤੇ ਮਤਲਬ ਅਸਰ ਪੈਂਦਾ ਹੈਗਾ। ਕੁਝ ਇਸ ਤਰ੍ਹਾਂ ਦੇ ਹਾਲਾਤਾਂ ਵਿੱਚੋਂ ਅਮਨਦੀਪ ਕੌਰ ਵੀ ਗੁਜ਼ਰ ਰਹੀ ਹੈ, ਜੋ ਨੈਨੀ ਬਣ ਕੇ 4 ਸਾਲ ਪਹਿਲਾਂ ਕੈਨੇਡਾ ਆਈ ਸੀ। ਅਮਨਦੀਪ ਕੌਰ ਅਨੁਸਾਰ ਉਸਨੇ ਮਾਰਚ 2020 ਵਿੱਚ PR ਦੀ ਅਰਜ਼ੀ ਦਿੱਤੀ ਸੀ। ਇੰਪਲੋਏ ਸਟੇਟਸ ਦੇ ਉੱਪਰ ਹੀ ਹੈ ਟਾਈਮ, ਜਸਟ ਓਨਲੀ ਇੰਪਲੋਏ ਸਟੇਟਸ ਤੇ ਰਹਿ ਰਹੀ ਹਾਂ, ਬਟ ਆਲਰੇਡੀ ਮੇਰਾ ਵੀਜ਼ਾ ਵਗੈਰਾ ਸਾਰਾ ਖਤਮ ਹੋ ਚੁੱਕਿਆ ਹੈ। ਤੇ ਮੇਰੇ ਕੋਲ ਕੋਈ ਹੈਲਥ ਕਾਰਡ ਵਗੈਰਾ ਕੁਝ ਨਹੀਂ ਹੈ, ਕੋਈ ਹੈਲਥ ਦੀ ਰਿਕੁਆਇਰਮੈਂਟ ਨਹੀਂ ਹੈ। ਅਸੀਂ ਕੋਈ ਪ੍ਰੋਬਲਮ ਆ ਜਾਵੇ ਤਾਂ ਅਸੀਂ ਇੱਥੇ ਆਪਣਾ ਇਲਾਜ ਵੀ ਨਹੀਂ ਕਰਵਾ ਸਕਦੇ, ਰਾਈਟ। ਗੌਰਮੈਂਟ ਵੱਲੋਂ ਕੋਈ ਫੈਸਿਲਿਟੀ ਸਾਨੂੰ ਪ੍ਰੋਵਾਈਡ ਨਹੀਂ ਹੋ ਰਹੀ ਇਸ ਟਾਈਮ, ਉਹਦੇ ਕਰਕੇ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ। ਲਾਈਫ ਬਹੁਤ ਜ਼ਿਆਦਾ ਫਸੀ ਪਈ ਹੈ ਇਸ ਚੀਜ਼ ਦੇ ਵਿੱਚ। ਮੈਂ ਡਿਪਰੈਸ਼ਨ ਦਿਮਾਗ ਤੇ ਇੰਨਾ ਰਹਿੰਦਾ ਕਿ ਅਸੀਂ ਕੁਝ ਕਰ ਹੀ ਨਹੀਂ ਸਕਦੇ। ਕੇਅਰ ਗਿਵਰ ਬਣ ਕੇ ਹੀ 3 ਸਾਲ ਪਹਿਲਾਂ ਕੈਨੇਡਾ ਆਈ ਕਮਲਜੀਤ ਕੌਰ ਅਨੁਸਾਰ ਅਪਲਾਈਡ ਸਟੇਟਸ ਤੇ ਰਹਿਣ ਤੋਂ ਤੰਗ ਆ ਕੇ ਮਜਬੂਰਨ ਉਸ ਨੂੰ ਹਜ਼ਾਰਾਂ ਡਾਲਰ ਖਰਚ ਕਰਕੇ LMIA ਖਰੀਦਣੀ ਪਈ, ਕਿਉਂਕਿ ਉਸ ਦੀ PR ਅਰਜ਼ੀ ਵੀ ਬੈਕਲੌਗ ਦੀ ਭੇਟ ਚੜ ਗਈ। ਇੰਪਲਾਇਡ ਸਟੇਟਸ ਤੇ ਸਰਵਾਈਵ ਕਰਨਾ ਬੜਾ ਮੁਸ਼ਕਿਲ ਸੀਗਾ, ਤੇ ਨੈਕਸਟ LMI ਲੱਭਣੀ ਵੀ ਬੜੀ ਔਖੀ ਆ, ਬਟ ਕੋਈ ਹੋਰ ਆਪਸ਼ਨ ਨਹੀਂ ਸੀ ਮੇਰੇ ਕੋਲ। ਮੈਂ LMI ਲਈ ਨਹੀਂ ਸੀ ਜਾਣਾ ਚਾਹੁੰਦੀ, ਪਰ ਮੇਰੇ ਕੋਲ ਕੋਈ ਆਪਸ਼ਨ ਨਹੀਂ ਸੀ, ਸੋ ਮੈਨੂੰ LMI ਲਈ ਜਾਣਾ ਪਿਆ। ਅਮਨਦੀਪ ਕੌਰ ਦਾ ਕਹਿਣਾ ਹੈ ਕਿ ਉਸਨੇ ਇਮੀਗ੍ਰੇਸ਼ਨ ਵਿਭਾਗ ਨਾਲ ਕਈ ਵਾਰ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਇੰਤਜ਼ਾਰ ਤੋਂ ਬਿਨਾਂ ਉਸ ਨੂੰ ਕੁਝ ਵੀ ਹਾਸਲ ਨਹੀਂ ਹੋਇਆ। ਉਹ ਫੋਨ ਹੀ ਨਹੀਂ ਪਿਕ ਕਰਦੇ, ਘੰਟਾ 4-4 ਘੰਟੇ 5-5 ਘੰਟੇ ਅਸੀਂ ਫੋਨ ਤੇ ਵੇਟਿੰਗ ਕਰੀ ਜਾਂਦੇ ਹਾਂ, ਬਟ ਉਹ ਫੋਨ ਹੀ ਨਹੀਂ ਪਿਕ ਕਰਦੇ ਹੈਗੇ। ਅਗਰ ਟੱਚਵੁੱਡ ਫੋਨ ਲੱਗਦਾ ਵੀ ਅਸੀਂ ਵੀ ਇੱਕੋ ਹੀ ਆਂਸਰ ਮਿਲਦਾ ਕਿ ਸਾਨੂੰ ਪਤਾ ਹੀ ਨਹੀਂ ਉਹ ਕਦੋਂ ਤੁਹਾਡੀਆਂ ਫਾਈਲਾਂ ਪ੍ਰੋਸੈਸਿੰਗ 'ਚ ਆਉਣਗੀਆਂ ਤੇ ਕਦੋਂ ਤੁਹਾਡੀ ਫਾਈਲਾਂ ਤੇ ਕੰਮ ਕੀਤਾ ਜਾਏਗਾ। ਸਮਝ ਨਹੀਂ ਆਉਂਦਾ ਕੀ ਕਰੀਏ, ਸਾਨੂੰ ਬਹੁਤ ਪ੍ਰੋਬਲਮ ਆ ਰਹੀ ਹੈ। ਕੈਨੇਡਾ ਹੀ ਨਹੀਂ ਸਗੋਂ ਭਾਰਤ ਵਿੱਚ ਵੀ ਕੇਅਰ ਗਿਵਰ ਦੇ ਵੀਜ਼ੇ ਲਈ ਅਰਜ਼ੀ ਦੇ ਚੁੱਕੇ ਲੋਕ ਆਪਣੇ ਵੀਜ਼ੇ ਲਈ ਬੇਸਬਰੀ ਨਾਲ ਉਮੀਦ ਲਗਾਈ ਬੈਠੇ ਹਨ। ਅਸੀਂ ਕੇਅਰ ਗਿਵਰ ਪ੍ਰੋਗਰਾਮ ਵਿੱਚ ਐਪਲੀਕੇਸ਼ਨ ਲਗਾਈ ਸੀ, ਜਿਹੜਾ ਜੂਨ 2019 ਦੇ ਵਿੱਚ ਲਾਂਚ ਹੋਇਆ ਸੀਗਾ। ਕੇਅਰ ਗਿਵਰ ਪਾਇਲਟ ਪ੍ਰੋਗਰਾਮ ਅਸੀਂ ਫਾਈਲ 2020 ਜੂਨ ਦੇ ਵਿੱਚ ਲਾਈ ਸੀਗੀ, ਤਾਂ ਸਾਨੂੰ 2022 ਦੇ ਵਿੱਚ ਜਸਟ ਫਾਈਲ ਨੰਬਰ ਆਇਆ
2 ਸਾਲਾਂ ਬਾਅਦ ਸਾਨੂੰ ਪੂਰੇ 2 ਸਾਲ ਹੋ ਗਏ ਵੇਟ ਕਰਦਿਆਂ ਨੂੰ ਸਰ, ਉਸ ਤੋਂ ਬਾਅਦ ਕੁਝ ਨਹੀਂ ਆਇਆ। The Caregivers program has been plagued with backlogs and ignored by the immigration minister. Applicants from work permits have expired while their applications are lost in this Liberal-made backlog. Why are caregivers being stranded in the backlog? ਕੇਅਰਗਿਵਰ ਦਾ ਮਸਲਾ ਕੈਨੇਡਾ ਦੇ ਪਾਰਲੀਮੈਂਟ ਵਿੱਚ ਵੀ ਉੱਠਿਆ। ਇਮੀਗ੍ਰੇਸ਼ਨ ਵਿਭਾਗ ਦੇ ਸ਼ੈਡੋ ਮਿਨਿਸਟਰ ਅਤੇ ਕੈਲਗਰੀ ਫੋਰੈਸਟ ਲੌਨ ਦੀ ਸੀਟ ਤੋਂ ਕੰਜ਼ਰਵੇਟਿਵ ਐਮਪੀ ਜਸਰਾਜ ਸਿੰਘ ਹੱਲਣ ਅਨੁਸਾਰ ਲਿਬਰਲ ਸਰਕਾਰ ਕੋਵਿਡ ਦਾ ਸਿਰਫ ਬਹਾਨਾ ਬਣਾ ਰਹੀ ਹੈ। ਹੱਲਣ ਅਨੁਸਾਰ ਲਿਬਰਲ ਸਰਕਾਰ ਇਮੀਗ੍ਰੇਸ਼ਨ ਦੇ ਮੁੱਦੇ ਤੇ ਫੇਲ ਸਾਬਿਤ ਹੋਈ ਹੈ। ਸਾਡੇ ਕੋਲ ਇੱਕ ਟੂਲ ਹੁੰਦਾ ਆ, ਪਬਲਿਕ ਨੂੰ ਵੀ ਇੱਕ ਟੂਲ ਹੁੰਦਾ ਆ, ਉਹਨੂੰ ਏਟਿਪ ਕਹਿੰਦੇ ਆ। ਜਦੋਂ ਅਸੀਂ ਭੇਜਦੇ ਹਾਂ ਗਵਰਨਮੈਂਟ ਨੂੰ, ਉਹਨਾਂ ਨੇ ਰਿਸਪੌਂਸ ਕਰਕੇ ਸਾਨੂੰ ਇਨਫੋਰਮੇਸ਼ਨ ਜਿਹੜੀ ਉਹ ਦਿੰਦੇ ਆ, ਉਹਦੇ ਤੋਂ ਫਿਰ ਸਾਨੂੰ ਪਤਾ ਲੱਗਦਾ ਵੀ ਨੰਬਰਸ ਕਿੰਨੇ ਆ। ਐਜ਼ ਆਫ ਫੈਬਰਰੀ 1 ਤਕਰੀਬਨ 16,000 ਸੀਗੇ ਬੈਕਲੌਗ ਦੇ ਵਿੱਚ, ਜਿਹੜੇ ਕੇਅਰਗਿਵਰ ਦੇ ਸਟਰੀਮ ਦੇ ਵਿੱਚ ਹੈਗੇ ਆ। ਦਿਸ ਇਜ਼ ਐਨ ਓਵਰਆਲ ਪ੍ਰੋਬਲਮ। ਬੈਕਲੌਗਸ ਅਸੀਂ ਸ਼ੁਰੂ ਤੋਂ ਹੀ ਇਹ ਆਵਾਜ਼ ਉਠਾ ਰਹੇ ਹਾਂ ਵੀ ਬੈਕਲੌਗਸ ਅੰਡਰ ਲਿਬਰਲ ਗਵਰਨਮੈਂਟ ਇਜ਼ ਗੋਨ ਇਨ ਵਰਸ ਐਂਡ ਵਰਸ। ਤਕਰੀਬਨ 2 ਮਿਲੀਅਨ ਦੇ ਐਪਲੀਕੇਸ਼ਨ ਬੈਕਲੌਗਸ ਦੇ ਵਿੱਚ ਹੈਗੇ ਆ। ਐਮਪੀ ਹੱਲਣ ਦਾ ਇਹ ਵੀ ਕਥਿਤ ਆਰੋਪ ਹੈ ਕਿ ਇਮੀਗ੍ਰੇਸ਼ਨ ਵਿਭਾਗ ਵਿੱਚ ਨਸਲੀ ਅਤੇ ਭੇਦਭਾਵ ਦਾ ਵਿਤਕਰਾ ਵੀ ਬੈਕਲੌਗ ਦਾ ਇੱਕ ਵੱਡਾ ਕਾਰਨ ਹੈ। ਰੇਸਿਜ਼ਮ ਜਿਹੜੀ ਚੀਜ਼ ਆ ਉਹ ਬੈਕਲੌਗ ਨੂੰ ਵੀ ਕੰਟਰੀਬਿਊਟ ਕਰ ਰਹੀ ਆ। ਐਂਡ ਜੇ ਮੈਨੇਜਰ ਉੱਥੇ IRCC ਜਾਂ EMPLOYEES ਜਿਹੜੇ ਰੇਸਿਸਟ ਹੈਗੇ ਆ ਉੱਥੇ ਕੰਮ ਕਰੀ ਜਾਂਦੇ ਆ, ਆਫ ਕੋਰਸ ਦੈਟ ਵਿਲ ਬੀ ਅ ਬਿਗ ਇਫੈਕਟ ਔਨ ਜਿਹੜੇ ਅਸੀਂ ਪ੍ਰੋਸੈਸ ਐਪਲੀਕੇਸ਼ਨਸ ਪ੍ਰੋਸੈਸ ਕਰਦੇ ਆ। ਸੋ ਨਾ ਤਾਂ ਉਹ ਬੈਕਲੌਗ ਸੇ ਧਿਆਨ ਦੇ ਰਹੇ ਆ ਲਿਬਰਲ ਸਰਕਾਰ, ਨਾ ਰੇਸਿਜ਼ਮ ਤੇ ਪ੍ਰੋਪਰ ਇਹਨਾਂ ਨੇ ਟੈਕਲ ਕੀਤਾ, ਐਂਡ ਦ ਰਿਜ਼ਲਟਸ ਆਰ ਨਾਟ ਦੇਅਰ। ਦੈਟਸ ਵਾਈ ਵੀ ਕੀਪ ਸੇਇੰਗ ਦੈਟ। ਲਿਬਰਲ ਸਰਕਾਰ ਐਮਪੀ ਹੱਲਣ ਅਨੁਸਾਰ ਇਮੀਗ੍ਰੇਸ਼ਨ ਦੇ ਮਾਮਲੇ ਨੂੰ ਲੈ ਕੇ ਸੰਜੀਦਾ ਨਹੀਂ। ਹੱਲਣ ਦਾ ਕਹਿਣਾ ਹੈ ਕਿ ਜੇਕਰ ਲਿਬਰਲ ਸਰਕਾਰ ਇਸ ਮੰਤਰਾਲੇ ਨੂੰ ਲੈ ਕੇ ਸੰਜੀਦਾ ਹੁੰਦੀ ਤਾਂ ਉਸ ਨੂੰ ਕਈ ਵਾਰ ਇਮੀਗ੍ਰੇਸ਼ਨ ਮੰਤਰੀ ਬਦਲਣ ਦੀ ਜ਼ਰੂਰਤ ਨਾ ਪੈਂਦੀ। ਲੀਡਰਸ਼ਿਪ ਫੇਲਿਅਰ, ਬਿਕਾਜ਼ ਲਿਬਰਲ ਸਰਕਾਰ ਨੇ ਇਮੀਗ੍ਰੇਸ਼ਨ ਦੇ ਉੱਪਰ ਕੋਈ ਪੈਰਾ ਨਹੀਂ ਪ੍ਰੋਪਰ ਦਿੱਤਾ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਆ। ਲਿਬਰਲ ਸਰਕਾਰ ਨੂੰ 6 ਸਾਲ ਹੋ ਗਏ ਆ ਇਹਨਾਂ ਦੀ ਸਰਕਾਰ ਬਣੀ ਨੂੰ, ਪਰ ਆਲਰੇਡੀ 6 ਸਾਲ ਦੇ ਵਿੱਚ 4 ਇਮੀਗ੍ਰੇਸ਼ਨ ਮਿਨਿਸਟਰਸ ਆਲਰੇਡੀ ਬਦਲ ਚੁੱਕੇ ਨੇ। So that key, what does that mean? That means we serious ਨਹੀਂ ਲੈ ਰਹੇ। They're not looking at long term, ਕੋਈ solution ਨਹੀਂ ਹੈਗਾ ਨਾ ਕੋਲ। ਅਸੀਂ ਇਸ ਸ਼ਿਕਾਇਤਾਂ ਦੇ ਜਵਾਬ ਲੈਣ ਲਈ ਇਮੀਗ੍ਰੇਸ਼ਨ ਮੰਤਰੀ ਤੱਕ ਪਹੁੰਚ ਕੀਤੀ, ਪਰ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਦੇ ਕੁਝ ਰੁਝੇਵਿਆਂ ਕਾਰਨ ਇੰਟਰਵਿਊ ਦਾ ਸਮਾਂ ਨਹੀਂ ਮਿਲ ਸਕਿਆ। ਪਰ ਵਿਭਾਗ ਨੇ ਲਿਖਤੀ ਜਵਾਬ ਭੇਜਿਆ ਤੇ ਕਿਹਾ ਕਿ ਕੋਵਿਡ ਕਾਰਨ ਦੇਰੀ ਹੋ ਰਹੀ ਹੈ। ਸਟੇਟਸ ਖਤਮ ਹੋਣ ਤੋਂ ਪਹਿਲਾਂ ਕਾਮੇ ਐਕਸਟੈਂਸ਼ਨ ਲਈ ਅਰਜ਼ੀ ਦੇ ਸਕਦੇ ਹਨ, ਉਹਨਾਂ ਦਾ ਸਟੇਟਸ ਬਰਕਰਾਰ ਰੱਖਿਆ ਜਾਵੇਗਾ। ਅਪਲਾਈਡ ਸਟੇਟਸ ਤੇ ਉਹ ਕੈਨੇਡਾ ਵਿੱਚ ਰਹਿ ਸਕਦੇ ਹਨ ਜਦ ਤੱਕ ਉਹਨਾਂ ਦੀ PR ਅਰਜ਼ੀ ਦਾ ਨਤੀਜਾ ਨਹੀਂ ਆ ਜਾਂਦਾ। ਸਟੇਟਸ ਖਤਮ ਹੋਣ ਦੀ ਸੂਰਤ ਵਿੱਚ ਵੀ ਵਿਅਕਤੀ 90 ਦਿਨਾਂ ਤੱਕ ਕੈਨੇਡਾ ਰਹਿ ਸਕਦਾ ਹੈ, ਪਰ ਉਸ ਨੂੰ ਕੈਨੇਡਾ ਛੱਡ ਕੇ ਜਾਣਾ ਪਵੇਗਾ ਅਗਰ ਉਸ ਦਾ ਸਟੇਟਸ 90 ਦਿਨਾਂ ਬਾਅਦ ਵੀ ਖਤਮ ਹੋ ਜਾਂਦਾ ਹੈ। IRCC ਦਾ ਕਹਿਣਾ ਹੈ ਕਿ ਅਪਲਾਈਡ ਸਟੇਟਸ ਤੇ ਸਰਕਾਰੀ ਸੇਵਾਵਾਂ ਦਾ ਲਾਭ ਲੈਣਾ ਚੁਣੌਤੀਪੂਰਵਕ ਹੈ ਕਿਉਂਕਿ ਹੈਲਥ ਅਤੇ ਲਾਇਸੈਂਸ ਦਾ ਕੰਮ ਸੂਬਾ ਸਰਕਾਰ ਦੇਖਦੀ ਹੈ। PR ਅਪਲਾਈ ਦੇ ਮੁੱਦੇ ਤੇ ਕੈਨੇਡਾ ਛੱਡ ਕੇ ਜਾਣ ਬਾਰੇ IRCC ਦਾ ਕਹਿਣਾ ਸੀ ਕਿ PR ਦੀ ਅਰਜ਼ੀ ਦੇਣ ਵੇਲੇ ਕਿਸੇ ਵੀ ਅਸਲੀ ਦਸਤਾਵੇਜ਼ ਦੀ IRCC ਨੂੰ ਭੇਜਣ ਦੀ ਕੋਈ ਲੋੜ ਨਹੀਂ ਹੁੰਦੀ ਤਾਂ ਉਹ ਕੈਨੇਡਾ ਛੱਡ ਕੇ ਵਿਅਕਤੀ ਲੋਕ ਜਾ ਸਕਦੇ ਹਨ। ਕਾਨੂੰਨ ਦੇ ਮਾਹਿਰ ਹਰਮਿੰਦਰ ਢਿੱਲੋਂ ਅਨੁਸਾਰ ਕੈਨੇਡਾ ਨੇ ਪ੍ਰਵਾਸੀਆਂ ਨੂੰ PR ਦੇਣ ਦੇ ਨੰਬਰ 5 ਗੁਣਾ ਤੱਕ ਵਧਾ ਦਿੱਤੇ ਹਨ, ਪਰ ਸਟਾਫ ਦੀ ਕਮੀ ਬੈਕਲੌਗ ਦਾ ਵੱਡਾ ਕਾਰਨ ਹੋ ਸਕਦਾ ਹੈ। ਇਹਦੀ ਫੰਡਾਮੈਂਟਲ ਪ੍ਰੋਬਲਮ ਇਹ ਹੈ ਕਿ ਅਸੀਂ ਇਮੀਗ੍ਰੇਸ਼ਨ ਦਾ ਲੈਵਲ ਜਿਹੜਾ ਸੀ ਸਾਡਾ 70-80 ਵਾਰ ਹੁੰਦਾ ਸੀ ਸਾਲ ਦਾ, ਉਹਨੂੰ ਅਸੀਂ ਮੁੜ ਕੇ 4 ਲੱਖ ਦੇ ਕਰੀਬ ਲੈ ਗਏ। ਹੁਣ ਜੇ ਅਸੀਂ ਆਪਣੀ ਤਕਰੀਬਨ ਇਮੀਗ੍ਰੇਸ਼ਨ ਇਨਟੇਕ 5 ਗੁਣਾ ਵਧਾ ਲਈ ਤਾਂ ਕੀ ਅਸੀਂ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ EMPLOYEE ਦੀ ਜਿਹੜੀ ਸੰਖਿਆ ਗਿਣਤੀ ਹੈ ਉਹਨੂੰ 5 ਗੁਣਾ ਵਧਾਇਆ? ਜੇ ਨਹੀਂ ਵਧਾਇਆ ਤੇ ਪ੍ਰੋਬਲਮ ਆਉਣਗੀਆਂ। ਕੋਵਿਡ ਤੇ ਇੱਕ ਬਹਾਨਾ ਹੈ, ਪਰ ਉਹਦੇ ਨਾਲ ਜਿਹੜੀਆਂ ਹੋਰ ਵੀ ਨੇ। ਸੋ ਜਿਹੜਾ ਇਹ ਉਹੀ ਕਾਰਨ ਹੈ ਕਿ ਜਿਹੜੀ ਸਾਡੀ ਕੈਨੇਡਾ ਦੀ ਇਮੀਗ੍ਰੇਸ਼ਨ ਦਾ ਸਿਸਟਮ ਹੈ ਨਾ, ਇਟਸ ਟੋਟਲੀ ਬ੍ਰੋਕਨ। ਹਰਮਿੰਦਰ ਢਿੱਲੋਂ ਦਾ ਇਹ ਵੀ ਕਹਿਣਾ ਹੈ ਕਿ ਕੈਨੇਡਾ ਦੀ ਆਬਾਦੀ ਤੇ ਜੇਕਰ ਨਜ਼ਰ ਮਾਰੀਏ ਤਾਂ ਬਜ਼ੁਰਗਾਂ ਦੀ ਆਬਾਦੀ ਆਉਣ ਵਾਲੇ ਸਾਲਾਂ ਵਿੱਚ ਕਈ ਗੁਣਾ ਤੱਕ ਵੱਧ ਜਾਵੇਗੀ। ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਜੇਕਰ ਕੇਅਰਗਿਵਰ ਦੇ ਮਸਲੇ ਦਾ ਹੱਲ ਨਾ ਹੋਇਆ ਤਾਂ ਸਰਕਾਰ ਤੇ ਆਰਥਿਕ ਬੋਝ ਵੀ ਬਣ ਸਕਦਾ ਹੈ। ਸੀਨੀਅਰ ਦੀ ਪਾਪੂਲੇਸ਼ਨ ਵੱਧ ਰਹੀ ਹੈ ਤੇ ਜਿਸ ਪਾਪੂਲੇਸ਼ਨ ਦੇ ਹਿੱਸੇ ਦੇ ਵਿੱਚੋਂ ਉਹ ਵਰਕਰਸ ਨੇ ਆਉਣਾ ਉਹ ਸ਼ਰਿੰਕ ਹੋ ਰਿਹਾ ਤੇ ਉਹਨੂੰ ਸਾਨੂੰ ਫਿਲ ਕਰਨ ਲਈ ਸਾਨੂੰ ਨੈਨੀਜ਼ ਦੀ ਲੋੜ ਹੈ। ਜੇ ਨੈਨੀ ਨਹੀਂ ਆ ਸਕਣਗੀਆਂ ਤੇ ਜਿਹੜੇ ਉਹ ਸੀਨੀਅਰਸ ਨੇ ਸਾਰੇ ਲੌਂਗ ਟਰਮ ਕੇਅਰ 'ਚ ਜਾਣਗੇ, ਹਸਪੀਟਲ ਜਾਣਗੇ ਤੇ ਉਹਦਾ ਬਰਡਨ ਪਏਗਾ। ਸੋ ਇਹ ਜਿਹੜੀ ਗਵਰਨਮੈਂਟ ਦੀ ਪਾਲਿਸੀ ਹੈ ਬੜੀ ਟੈਂਪਰੇਰੀ ਜੀ ਹੈ, ਕਦੀ ਉਹਨਾਂ ਨੂੰ ਔਨ ਕਰ ਦਿੰਦੇ ਨੇ, ਕਦੀ ਆਫ ਕਰ ਦਿੰਦੇ ਨੇ। ਪਰ ਬੈਕਲੌਗ ਦੇ ਇਸ ਵਰਤਾਰੇ ਵਿੱਚ ਕੇਅਰਗਿਵਰ ਅਤੇ ਉਹਨਾਂ ਦੇ ਪਰਿਵਾਰ ਆਪਣੇ ਆਪ ਨੂੰ ਮਤਰੇਆ ਮਹਿਸੂਸ ਕਰ ਰਹੇ ਹਨ। ਜਸਪ੍ਰੀਤ ਪੰਦੇਰ, ਓਮਨੀ ਨਿਊਜ਼, ਟੋਰਾਂਟੋ।